ਇਤਿਹਾਸ ਨੂੰ ਜਦੋਂ ਅਸੀਂ ਕਿਸੇ ਕਿਸੇ ਕਹਾਣੀ ਦੇ ਨਾਲ ਜੋੜ ਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਉਹਨੂੰ ਪੜ੍ਹਨ ਦਾ ਮਜ਼ਾ ਵੀ ਆਉਂਦਾ ਹੈ ਔਰ ਉਹ ਚੀਜ਼ ਯਾਦ ਵੀ ਰਹਿੰਦੀ ਹੈ। ਔਰ ਕੱਲ ਅਸੀਂ ਇਸੇ ਚੀਜ਼ ਨੂੰ ਦੇਖਿਆ ਕਿ ਫਸਟ ਟਾਈਮ ਹਿੰਦੁਸਤਾਨ ਦੇ ਵਿੱਚ ਮੁਸਲਿਮ ਰੂਲ ਕਿਵੇਂ ਆਇਆ, ਉਹਦੇ ਪਿੱਛੇ ਕਹਾਣੀ ਕੀ ਸੀ ਔਰ ਮੁਹੰਮਦ ਬਿਨ ਕਾਸਿਮ ਤੋਂ ਉੱਥੇ ਦੇ ਦਾਹਿਰ ਰਾਜਾ ਦੀ ਕੁੜੀਆਂ ਨੇ ਬਦਲਾ ਕਿਵੇਂ ਲਿੱਤਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਉਹ ਜਿਹੜਾ ਕਿੱਸਾ ਸੀਗਾ ਉਹ ਵੀ ਪਸੰਦ ਆਇਆ ਹੋਵੇਗਾ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਉਸ ਵੇਲੇ ਤਕਰੀਬਨ ਸਾਰੇ ਏਰੀਏ ਦੇ ਵਿੱਚ ਇਹ ਸਾਰਾ ਦਾ ਸਾਰਾ ਏਰੀਆ ਨਾ, ਦਿਸ ਇਜ਼ ਸਾਊਦੀ ਅਰੇਬੀਆ ਐਂਡ ਦਿਸ ਇਜ਼ ਈਰਾਨ, ਜਿਹੜਾ ਈਰਾਨ ਇਰਾਕ ਏਰੀਆ ਔਰ ਇਹ ਇੰਡੀਆ ਦਾ ਏਰੀਆ, ਅਫਗਾਨਿਸਤਾਨ ਦਾ ਏਰੀਆ ਸ਼ੁਰੂ ਹੋ ਜਾਂਦਾ। ਇਹ ਸਾਰੇ ਏਰੀਏ ਦੇ ਵਿੱਚ ਇੱਕ ਤਰ੍ਹਾਂ ਦਾ ਇਸਲਾਮ ਫੈਲ ਗਿਆ ਸੀ। ਨਾਓ ਸਭ ਤੋਂ ਪਹਿਲਾਂ ਜਦੋਂ ਅਸੀਂ ਇਹ ਦੇਖ ਰਹੇ ਸੀਗੇ ਕਿ ਪਹਿਲਾਂ ਇੰਡੀਆ ਦੇ ਵਿੱਚ ਜਦੋਂ ਇਸਲਾਮ ਆਇਆ ਦੈਟ ਵਾਜ਼ ਕਨਫਾਈਨਡ ਟੂ ਦਿਸ ਪਾਰਟਿਕੂਲਰ ਏਰੀਆ, ਸਿੰਧ ਦੇ ਏਰੀਆ ਦੇ ਵਿੱਚ ਕਨਫਾਈਨਡ ਸੀਗਾ। ਔਰ ਮੁਹੰਮਦ ਬਿਨ ਕਾਸਿਮ ਜਿਵੇਂ ਆਪਾਂ ਗੱਲ ਕੀਤੀ, ਹੀ ਵਾਜ਼ ਦਾ ਪਰਸਨ ਜਿਹੜਾ ਕਿ ਇਸ ਏਰੀਆ ਦੇ ਉੱਤੇ ਕਾਬਜ਼ ਹੋਇਆ। ਔਰ ਇਹ ਵੀ ਅਸੀਂ ਦੇਖਿਆ ਕਿ ਉਸ ਨੂੰ ਮੌਤ ਦੀ ਸਜ਼ਾ ਕਿਵੇਂ ਮਿਲੀ, ਕਿਵੇਂ ਉਸ ਨੂੰ ਦਾਹਿਰ ਦੀ ਕੁੜੀਆਂ ਨੇ ਮੌਤ ਦੀ ਸਜ਼ਾ ਦਿਲਵਾਈ। ਔਰ ਇਹ ਨਹੀਂ ਕਿ ਦੇਵਰ ਫਰਮ ਦਾ ਅਰਬ ਡਾਇਨੈਸਟੀਜ਼, ਅਰਬ ਦੇ ਲੋਕ ਸੀ ਇਹ ਨਹੀਂ ਕਿ ਇਹਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ, ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਮੁਲਤਾਨ ਦੇ ਉੱਤੇ ਦੇ ਵਰ ਏਬਲ ਟੂ ਕੈਪਚਰ, ਮੁਲਤਾਨ ਦਾ ਏਰੀਆ ਤਕਰੀਬਨ 712 ਦੀ ਗੱਲ ਆਪਾਂ ਕਰ ਰਹੇ ਸੀਗੇ, ਮੁਲਤਾਨ ਦੇ ਉੱਤੇ ਇਹਨਾਂ ਦਾ ਕਬਜ਼ਾ ਰਿਹਾ। ਪਰ ਇਹ ਜਿਹੜਾ ਇਲਾਕਾ ਦੇਖਦੇ ਹਾਂ ਅਸੀਂ, ਜਿਹਨੂੰ ਆਪਾਂ ਅੱਜ ਗੱਲ ਕਰਨੀ ਹੈ ਰਾਈਜ਼ ਆਫ ਹਿੰਦੂ ਸ਼ਾਹੀਜ਼, ਆਪਾਂ ਇਸ ਚੀਜ਼ ਦੀ ਗੱਲ ਕਰਨ ਲੱਗੇ ਹਾਂ, ਰਾਈਜ਼ ਆਫ ਹਿੰਦੂ ਸ਼ਾਹੀਜ਼। ਦੇ ਐਕਟਡ ਐਜ਼ ਅ ਬੁਲਵਰਕ ਅਗੇਂਸਟ ਅਰਬਸ। ਇੱਥੇ ਗੁਰਜਾਰ ਪ੍ਰਤੀਹਾਰਾਸ ਔਰ ਇੱਥੇ ਲਲਿਤਾ ਦਿੱਤੇ ਸੀਗਾ ਕਸ਼ਮੀਰ ਦੇ ਏਰੀਆ ਦੇ ਵਿੱਚ, ਔਰ ਨੀਚੇ ਆਪਣੇ ਗੁਰਜਾਰ ਪ੍ਰਤੀਹਾਰਾ। ਦੇ ਡਿਡ ਨਾਟ ਅਲਾਓ, ਉਹਨਾਂ ਨੇ ਅਰਬ ਦੇ ਐਡਵਾਂਸਿਸ ਨੂੰ ਰੋਕ ਕੇ ਰੱਖਿਆ ਔਰ ਇਹ ਅਰਬ ਇਸ ਤੋਂ ਅੱਗੇ ਨਹੀਂ ਵੱਧ ਪਾਏ। ਉਹ ਸਿੰਧ ਦੇ ਇਲਾਕੇ ਦੇ ਵਿੱਚ ਹੀ ਤਕਰੀਬਨ ਦਬ ਕੇ ਰਹਿ ਗਏ। ਪਰ ਇਹ ਗੱਲ ਸੀਗੀ 712 ਈਸਵੀ ਤੋਂ ਲੈ ਕੇ ਤਕਰੀਬਨ ਆਪਾਂ ਗੱਲ ਕਰਦੇ ਹਾਂ 850-60 ਈਸਵੀ ਤੱਕ। ਦੈਟ ਮੀਨਸ ਅਰਾਊਂਡ 150 ਸਾਲ ਇਸ ਏਰੀਏ ਦੇ ਉੱਤੇ ਜਿਹੜਾ ਸੀਗਾ ਅਰਬ ਰਹੇ ਔਰ ਇੱਥੇ ਗੁਰਜਾਰ ਪ੍ਰਤੀਹਾਰਾ ਔਰ ਇੱਥੇ ਹਿੰਦੂ ਸ਼ਾਹੀਜ਼। ਨਾ ਇਹ ਜਿਹੜਾ ਅਸੀਂ ਹਿੰਦੂ ਸ਼ਾਹੀ ਵਾਲਾ ਏਰੀਆ ਦੇਖਦੇ ਹਾਂ, ਤਕਰੀਬਨ ਇਹ ਅਫਗਾਨਿਸਤਾਨ ਦੇ ਨਾਲ ਇਹ ਏਰੀਆ ਪੈ ਜਾਂਦਾ, ਅਫਗਾਨਿਸਤਾਨ ਦਾ ਏਰੀਆ ਨਾਲ ਪੈ ਜਾਂਦਾ ਹੈ। ਸੋ ਅਫਗਾਨਿਸਤਾਨ ਜਿਹਨੂੰ ਅੱਜ ਆਪਾਂ ਅਫਗਾਨਿਸਤਾਨ ਦੇ ਨਾਲ ਜਾਣਦੇ ਹਾਂ, ਇਹਦਾ ਨਾਮ ਅਫਗਾਨਿਸਤਾਨ ਨਹੀਂ ਹੁੰਦਾ ਸੀ। ਇਸ ਦਾ ਨਾਮ ਸੀਗਾ ਇਹਦਾ ਨਾਮ ਹੁੰਦਾ ਸੀ ਅਸਵਾਕਾਨਾ। ਅਸਵਾਕਾਨਾ ਇਹਦਾ ਨਾਮ ਹੁੰਦਾ ਸੀਗਾ। ਦੈਟ ਮੀਨਸ ਇਹਦਾ ਸੰਸਕ੍ਰਿਤ ਦੇ ਵਿੱਚ ਨਾਮ ਸੀਗਾ, ਕਿਉਂਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਹਿੰਦੂ ਵੀ ਨਹੀਂ, ਬੌਧ ਧਰਮ ਦਾ ਰਾਜ ਸੀ। ਜਿੰਨੇ ਰਾਜੇ ਸੀ ਇੱਥੇ ਇਸ ਵੇਲੇ ਅਰਾਊਂਡ 860-65 ਈਸਵੀ ਦੀ ਗੱਲ ਕਰਦਾ ਮੈਂ, ਇੱਥੇ ਬੌਧ ਰਾਜਾ ਸੀਗਾ। ਔਰ ਉਸ ਬੁੱਧਿਸਟ ਰਾਜਾ ਸੀਗਾ 800 ਮੈਂ ਗੱਲ ਕਰਦਾ 865 ਦੀ, ਲਗਾਰਤਮਨ ਉਹਦਾ ਨਾਂ ਸੀ। ਉਹਦਾ ਨਾਂ ਕੀ ਸੀ? ਲਗਾਰਤਮਨ। ਲੈਟਸ ਮੈਂ ਇੱਥੇ ਲਿਖ ਦਿੰਦੇ ਹਾਂ ਇਸ ਨੂੰ, ਲਗਾਰਤਮਨ ਉਹਦਾ ਨਾਂ ਸੀ। ਔਰ ਉਹਦਾ ਇੱਕ ਮਿਨਿਸਟਰ ਸੀ ਲੱਲਿਆ। they were Buddhist, okay ji, and he was a Brahmin, ਇਹ ਬ੍ਰਾਹਮਣ ਸੀ। ਲੇਕਿਨ ਲੱਲਿਆ ਡਿਪੋਸਟ, ਉਸਨੇ ਲਗਾਰਤਮਨ ਨੂੰ ਹਟਾ ਕੇ ਖੁਦ ਉੱਥੇ ਦਾ ਰਾਜਾ ਬਣ ਗਿਆ। ਔਰ ਇਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਸ ਇਲਾਕੇ ਦੇ ਵਿੱਚ ਹਿੰਦੂ ਸ਼ਾਹੀ ਕਿੰਗਡਮ ਜਿਹੜੀ ਸੀ ਉਹ ਫੈਲਣੀ ਸ਼ੁਰੂ ਹੋ ਗਈ। ਨਾ ਦੂਜੀ ਗੱਲ, ਪਹਿਲੀ ਗੱਲ ਤਾਂ ਇਹ ਦੇਖਿਆ ਸੀ ਕਿ ਇਹਦਾ ਨਾਮ ਅਫਗਾਨਿਸਤਾਨ ਦਾ ਅਫਗਾਨਿਸਤਾਨ ਨਹੀਂ ਸੀ ਹੁੰਦਾ, ਅਸਵਾਕਾਈਨਾ ਇਹਦਾ ਨਾਮ ਹੁੰਦਾ ਸੀਗਾ। ਔਰ ਇਸ ਇਲਾਕੇ ਨੂੰ ਦੋ ਹਿੱਸਿਆਂ ਦੇ ਵਿੱਚ ਤਕਰੀਬਨ ਆਪਾਂ ਉਸ ਵੇਲੇ ਵੰਡਿਆ ਦੇਖਦੇ ਹਾਂ। ਵਨ ਵਾਜ਼ ਤਕਰੀਬਨ ਇਹ ਵਾਲਾ ਇਲਾਕਾ, ਦੈਟ ਵਾਜ਼ ਕਾਬੁਲ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਔਰ ਜਿਹੜਾ ਨੀਚੇ ਵਾਲਾ ਇਲਾਕਾ ਉਹਨੂੰ ਜ਼ਾਬੁਲ ਕਹਿੰਦੇ ਸੀਗੇ। ਇਟ ਵਾਜ਼ ਨੋਨ ਬਾय ਦ ਨੇਮ ਆਫ ਜ਼ਾਬੁਲ। ਹਾਂਜੀ, ਸੋ ਇਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਹੜਾ ਨਾਰਥ ਵਾਲਾ ਅਫਗਾਨਿਸਤਾਨ ਦਾ ਇਲਾਕਾ ਸੀ ਉਹ ਕਾਬੁਲ, ਉਹਨੂੰ ਕਾਬੁਲਿਸਤਾਨ, ਔਰ ਸਾਊਥ ਵਾਲੇ ਇਲਾਕੇ ਨੂੰ ਜ਼ਾਬੁਲਿਸਤਾਨ ਕਹਿੰਦੇ ਸੀਗੇ। ਨਾਰਥ ਵਾਲੇ ਇਲਾਕੇ ਦੇ ਵਿੱਚ ਔਰ ਅਟਕ ਤੋਂ ਪਰਲੇ ਪਾਸੇ ਤੱਕ ਜਿਹੜਾ ਸੀਗਾ ਕਾਬੁਲ ਤੱਕ, ਇਹ ਹਿੰਦੂ ਸ਼ਾਹੀ ਰਾਜ ਸੀਗਾ। ਔਰ ਜਿਹੜਾ ਨੀਚੇ ਜ਼ਾਬੁਲਿਸਤਾਨ ਵਾਲਾ ਇਲਾਕਾ ਸੀਗਾ, ਇੱਥੇ ਭੱਟੀ ਟਰਾਈਬ ਜਾਂ ਉਹ
ओल्ड ट्राइब लोग सीगे ਜਿਹੜੇ ਕਿ ਅਸੀਂ ਕਹਿੰਦੇ ਹਾਂ ਕਿ ਕਿਸੇ ਵੇਲੇ ਸ਼ਾਇਦ ਆਰੀਅਨ ਰੇਸ ਤੋਂ ਆਏ ਸੀਗੇ ਔਰ ਉਹ ਲੋਕੀ ਇੱਥੇ ਦੇ ਇੱਥੇ ਰੁਕ ਗਏ। ਬਾਕੀ ਲੋਕ ਜਿਹੜੇ ਅੱਗੇ ਚਲੇ ਗਏ ਦੇ ਸਿਮਿਲੇਟਡ ਇਨਟੂ ਦ ਇੰਡੀਅਨ ਸਿਵਲਾਈਜੇਸ਼ਨ, ਪਰ ਇੱਥੇ ਦੇ ਲੋਕ ਉਹ ਪੁਰਾਣੇ ਟਰਾਈਬਲ ਲੋਕ ਜਿਹੜੇ ਸੀਗੇ ਦੇ ਸਟੇਟ ਬੈਕ ਹੇਅਰ। ਠੀਕ ਹੈ, ਸੋ ਦੈਟ ਇਜ਼ ਹਾਊ ਦਾ ਹਿਸਟਰੀ ਆਫ ਅਫਗਾਨਿਸਤਾਨ ਜਿਹੜੀ ਕਿ ਸ਼ੇਪ ਅਪ ਕਰਦੀ ਹੈ। ਔਰ ਉਸੇ ਚੀਜ਼ ਨੂੰ ਆਪਾਂ ਦੇਖਦੇ ਹਾਂ ਕਿ ਅਫਗਾਨਿਸਤਾਨ ਦੀ ਹਿਸਟਰੀ ਦੇ ਵਿੱਚ ਤਕਰੀਬਨ ਜੇ ਆਪਾਂ ਪੁਰਾਣੀ ਹਿਸਟਰੀ ਹੋਰ ਦੇਖੀਏ ਤਾਂ ਪਹਿਲਾਂ ਗ੍ਰੀਕੋ ਬੈਕਟੀਰੀਅਨ ਹੁੰਦੇ ਸੀ, ਤਕਰੀਬਨ 300 BC ਦੇ ਵਿੱਚ ਹੁੰਦੇ ਸੀਗੇ। ਉਸ ਤੋਂ ਬਾਅਦ ਕੁਸ਼ਾਨਸ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਵੱਡਾ ਕਨਿਸ਼ਕ ਰਾਜਾ ਆਇਆ ਅਰਾਊਂਡ 100 AD। ਔਰ ਉਸ ਤੋਂ ਬਾਅਦ ਸਫਰਿਡਸ, ਸਮਨਿਡਸ, ਇਹ ਅਰਬ ਲੋਕ ਸੀਗੇ। ਫਿਰ ਗਜ਼ਨੀ ਔਰ ਫਿਰ ਘੂਰ। ਠੀਕ ਹੈ ਜੀ, ਗਜ਼ਨੀ ਦੀ ਕਹਾਣੀ ਆਪਾਂ ਪੜਾਂਗੇ ਕਿਉਂਕਿ ਹਿੰਦੂ ਸ਼ਾਹੀ ਦਾ ਜਿਹੜਾ ਅਗਲਾ ਮੁਕਾਬਲਾ ਹੋਇਆ ਉਹ ਕਿਹਦੇ ਨਾਲ ਹੋਇਆ? ਗਜ਼ਨੀਜ਼ ਦੇ ਨਾਲ ਹੋਇਆ ਉਹ। ਠੀਕ ਹੈ ਜੀ, ਔਰ ਉਸ ਤੋਂ ਬਾਅਦ ਦੈਟ ਉਹਨੂੰ ਆਪਾਂ ਪਹਿਲਾਂ ਕਹਿੰਦੇ ਆ ਫਸਟ ਹੋਲੋਕਾਸਟ ਆਫ ਇੰਡੀਆ, ਔਰ ਜਿਹੜਾ ਫਿਰ ਘੂਰ ਨੇ ਕੀਤਾ ਉਹਨੂੰ ਅਸੀਂ ਕਹਿੰਦੇ ਸੈਕੰਡ ਹੋਲੋਕਾਸਟ ਕਹਿੰਦੇ ਆ। ਔਰ ਇਹਨਾਂ ਦੋਨਾਂ ਦੀ ਜਿਹੜੀ ਕਹਾਣੀਆਂ ਨੇ, ਦੋਨਾਂ ਦੀ ਜਿਹੜੀ ਹਿਸਟਰੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ ਫॉर ਅਸ ਟੂ ਅੰਡਰਸਟੈਂਡ, ਔਰ ਉਸ ਚੀਜ਼ ਨੂੰ ਆਪਾਂ ਡਿਟੇਲ ਦੇਖਾਂਗੇ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਖਲਜੀਜ਼, ਤਿਮੂਰਸ, ਮੁਗਲਸ, ਹੌਟਕਾਈਜ਼ ਔਰ ਦੁਰਾਨੀਜ਼ ਦੇ ਕੇਮ। ਔਰ ਅਫਗਾਨਿਸਤਾਨ ਦਾ ਜਿਹੜਾ ਨਾਮ ਹੈ ਜਾਂ ਅਫਗਾਨਿਸਤਾਨ, ਮਾਡਰਨ ਅਫਗਾਨਿਸਤਾਨ ਜਿਹਨੂੰ ਕਹਿੰਦੇ ਆ, ਇਹਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈ? ਉਹ ਅਹਿਮਦ ਸ਼ਾਹ ਅਬਦਾਲੀ ਨੂੰ ਕਿਹਾ ਜਾਂਦਾ ਹੈ, ਜਾਂ ਉਹ ਦੁਰਾਨੀ ਜਾਂ ਅਹਿਮਦ ਸ਼ਾਹ ਦੁਰਾਨੀ ਉਹਦੀ ਬੇਸਿਕਲੀ ਕਾਸਟ ਸੀਗੀ। ਪਰ ਅਹਿਮਦ ਸ਼ਾਹ ਅਬਦਾਲੀ ਜਿਹਨੇ ਕਿ ਹਿੰਦੁਸਤਾਨ ਦੇ ਉੱਤੇ 10 ਵਾਰ ਅਟੈਕ ਕੀਤੇ ਔਰ ਤੀਜੀ ਪਾਣੀਪਤ ਦੀ ਲੜਾਈ ਦੇ ਵਿੱਚ ਉਹਨੇ ਮਰਾਠਾਸ ਨੂੰ ਹਰਾਇਆ ਸੀਗਾ। ਸੋ ਦੈਟ ਇਜ਼ ਇਨ ਬਰੀਫ ਅਬਾਊਟ ਅਫਗਾਨਿਸਤਾਨ। ਪਰ ਅਸੀਂ ਅੱਗੇ ਦੇਖੀਏ ਇਹਦੇ ਵਿੱਚ ਇਹ ਕਿ ਇਹ ਅਫਗਾਨਿਸਤਾਨ ਦਾ ਏਰੀਆ ਇੰਪੋਰਟੈਂਟ ਵੀ ਕਿਉਂ ਹੈ? ਵਾਈ ਦਿਸ ਇਜ਼ ਇੰਪੋਰਟੈਂਟ? ਦਿਸ ਇਜ਼ ਇੰਪੋਰਟੈਂਟ ਬਿਕੋਜ਼ ਇੱਥੋਂ ਸਾਰਾ ਦਾ ਸਾਰਾ 3 ਪਾਸੇ ਰਸਤੇ ਨਿਕਲਦੇ ਨੇ। ਇੱਕ ਪਾਸੇ ਚੀਨ ਵੱਲ, ਇੱਕ ਪਾਸੇ ਪਰਸ਼ੀਆ ਵੱਲ ਔਰ ਇੱਕ ਪਾਸੇ ਹਿੰਦੁਸਤਾਨ ਵੱਲ। ਜਿਹੜਾ ਖੈਬਰ ਪਾਸ ਵਾਲਾ ਇਲਾਕਾ ਹੈ, ਠੀਕ ਹੈ ਜੀ, ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਪਸ਼ਾਵਰ ਤੋਂ ਲੈ ਕੇ ਕਾਬੁਲ ਵੱਲ ਰਸਤਾ ਜਾਂਦਾ ਹੈ, ਜਿਹੜਾ ਜਿੱਥੋਂ ਕਿ ਮੇਨਲੀ ਹਿੰਦੁਸਤਾਨ ਦੇ ਉੱਤੇ ਅਟੈਕ ਹੋਏ ਨੇ, ਖੈਬਰ ਪਾਸ, ਦੈਟ ਕਮਸ ਫਰੋਮ ਥਰੂ ਅਫਗਾਨਿਸਤਾਨ। ਠੀਕ ਹੈ, ਇਸ ਕਰਕੇ ਔਰ ਇਹੀ ਅਫਗਾਨਿਸਤਾਨ ਦਾ ਜਿਹੜਾ ਰਸਤਾ ਹੈਗਾ ਦੈਟ ਗੋਜ਼ ਟੂ ਚਾਈਨਾ ਆਲਸੋ, ਔਰ ਇਹੀ ਅਫਗਾਨਿਸਤਾਨ ਦਾ ਰਸਤਾ ਦੈਟ ਗੋਜ਼ ਟੂ ਪਰਸ਼ੀਆ ਆਲਸੋ, ਔਰ ਇਹੀ ਅਫਗਾਨਿਸਤਾਨ ਦਾ ਜਿਹੜਾ ਰਸਤਾ ਹੈਗਾ ਦੈਟ ਗੋਜ਼ ਟੂ ਦਾ ਉੱਪਰਲੇ ਪਾਸੇ ਜਿਹੜਾ ਤੁਰਕ ਵਾਲੇ ਇਲਾਕੇ ਹੋ ਗਏ, ਉਜ਼ਬੇਕਿਸਤਾਨ ਵਾਲੇ ਇਲਾਕੇ ਹੋ ਗਏ, ਉਹਦੇ ਨੂੰ ਪੈਂਦਾ। ਸੋ ਇੱਕ ਤਰ੍ਹਾਂ ਦਾ ਇਹ ਨੋਟ ਹੈ, ਇੱਕ ਤਰ੍ਹਾਂ ਚੁਰਾਹਾ ਕਹਿ ਸਕਦੇ ਹਾਂ ਇਹ ਸਿਵਲਾਈਜੇਸ਼ਨ ਦਾ, ਜਿੱਥੋਂ ਕਿ ਚਾਰੇ ਪਾਸੇ ਰਸਤੇ ਨਿਕਲਦੇ ਸੀਗੇ। ਇਸ ਕਰਕੇ ਅਫਗਾਨਿਸਤਾਨ ਦੀ ਇੰਪੋਰਟੈਂਸ ਇਸ ਕਰਕੇ ਬਹੁਤ ਜ਼ਿਆਦਾ ਹੋ ਜਾਂਦੀ ਹੈ। ਨਾਓ ਹੁਣ ਆਪਾਂ ਦੇਖੀਏ ਕਿ ਇਹ ਕਾਬੁਲ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਹ ਹਿੰਦੂ ਸ਼ਾਹੀ ਡਾਇਨੈਸਟੀ, ਔਰ ਇਹਦੇ ਉੱਤੇ ਤੁਹਾਨੂੰ ਮੈਂ ਦੱਸਿਆ ਕਿ ਲੱਲਿਆ ਹੀ ਬਿਕੇਮ ਦਾ ਕਿੰਗ ਆਫ ਕਾਬੁਲ। 865 ਦੇ ਵਿੱਚ ਉਹਨੇ ਹਿੰਦੂ ਸ਼ਾਹੀ ਡਾਇਨੈਸਟੀ ਕਾਇਮ ਕੀਤੀ। ਜ਼ਾਬੁਲ ਜਿਹੜਾ ਸੀਗੇ ਸਾਊਥ ਅਫਗਾਨਿਸਤਾਨ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ, ਇਹ ਇੱਥੇ ਪੱਟੀ ਰਾਜਪੂਤ ਸੀਗੇ, ਔਰ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਪੁਰਾਣੇ ਟਰਾਈਬ ਲੋਕ ਇੱਥੇ ਦੇ ਰਹਿ ਗਏ। ਤੁਸੀਂ ਅੱਜ ਵੀ ਅਫਗਾਨਿਸਤਾਨ 'ਚ ਦੇਖੋ ਕਿ ਉੱਥੇ ਟਰਾਈਬਲ ਰਾਈਵਲਰੀਜ਼ ਵੀ ਬਹੁਤ ਚੱਲਦੀਆਂ ਨੇ, ਔਰ ਟਰਾਈਬਸ ਵੀ ਜਿਹੜੇ ਬਹੁਤ ਜ਼ਿਆਦਾ ਨੇ ਉੱਥੇ। ਹੁਣ ਟਰਾਈਬਲ ਸੁਸਾਇਟੀ ਦੇ ਨੋਰਮਸ ਹਾਲੇ ਵੀ ਉੱਥੇ ਅਪਲਾਈ ਹੁੰਦੇ ਨੇ, ਉਹ ਹਾਲੇ ਇੰਨੇ ਉਹ ਸਿਵਲਾਈਜੇਸ਼ਨ ਵੱਲ ਮੂਵ ਨਹੀਂ ਹੋਏ। ਪਰ ਉਹ ਹਮੇਸ਼ਾ ਤੁਸੀਂ ਇਹ ਵੀ ਚੀਜ਼ ਦੇਖੋਗੇ ਕਿ ਉੱਥੇ ਬੰਦੂਕ ਲੈਣਾ, ਪੈਰ 'ਚ ਚੱਪਲ ਹੋਵੇ ਨਾ ਹੋਵੇ, ਮੋਢੇ ਤੇ ਬੰਦੂਕ ਜ਼ਰੂਰ ਹੋਣੀ ਚਾਹੀਦੀ ਹੈ। ਇਹ ਅਫਗਾਨਿਸਤਾਨ ਦੇ ਇਲਾਕੇ ਦੀ ਖਾਸੀਅਤ ਬਣੀ ਜਾਂਦੀ ਹੈ। ਔਰ ਹੁਣ ਅਸੀਂ ਦੇਖਦੇ ਹਾਂ ਕਿ ਇਸ ਇਲਾਕੇ ਦੇ ਉੱਤੇ ਫਿਰ ਇਹ ਮੁਸਲਿਮ ਰੂਲ ਕਿਵੇਂ ਆਇਆ। ਸਭ ਤੋਂ ਪਹਿਲਾਂ ਜਿਹੜਾ ਇਹ ਕਾਬੁਲ ਵਾਲਾ ਇਲਾਕਾ ਸੀਗਾ, ਇਹਦੇ ਉੱਤੇ ਮੈਂ ਤੁਹਾਨੂੰ ਦੱਸਿਆ ਕਿ ਇਹ ਲੱਲਿਆ ਜਾਂ ਹਿੰਦੂ ਸ਼ਾਹੀ ਰਾਜਿਆਂ ਦਾ ਰਾਜ ਸੀਗਾ ਇਹ। ਔਰ ਉਸ ਤੋਂ ਬਾਅਦ ਇਹ ਅਰਬ ਦਾ ਯਾਕੂਬ ਇਬਨ ਬਿਨ ਲਾਇਸ, ਇਸ ਨੇ ਸਾਊਥ ਵਾਲਾ ਜਿਹੜਾ ਜ਼ਾਬੁਲਿਸਤਾਨ ਵਾਲਾ ਇਲਾਕਾ ਸੀਗਾ ਉਹਦੇ ਉੱਤੇ ਅਟੈਕ ਕੀਤੇ, ਐਂਡ ਹੀ ਵਾਜ਼ ਏਬਲ ਟੂ ਕੰਟਰੋਲ, ਇਸ ਇਲਾਕੇ ਦੇ ਉੱਤੇ ਉਹ ਕੰਟਰੋਲ ਕਰ ਪਾਇਆ। ਔਰ ਇਸ ਡਾਇਨੈਸਟੀ ਨੂੰ ਅਸੀਂ ਕਿਹੜਾ ਕਹਿੰਦੇ ਹਾਂ? ਸਫਰਦ ਡਾਇਨੈਸਟੀ ਕਹਿ ਦਿੰਦੇ ਹਾਂ। ਵੀ ਕਾਲ ਇਟ ਬਾय ਦ ਨੇਮ ਆਫ ਸਫਰਦ ਡਾਇਨੈਸਟੀ ਕਹਿ ਦਿੰਦੇ ਹਾਂ। ਨਾਓ ਯੂ ਸ਼ੁੱਡ ਅੰਡਰਸਟੈਂਡ ਕਿ ਥੀਸ ਆਰ ਅਰਬ ਪੀਪਲ। ਹਮੇਸ਼ਾ ਜਦੋਂ ਆਪਾਂ ਗੱਲ ਕਰਦੇ ਹਾਂ ਮੁਸਲਿਮ ਰੂਲ ਦੀ, ਮੁਗਲ ਰੂਲ ਦੀ ਗੱਲ, ਅਸੀਂ ਸਿਰਫ ਮੁਸਲਿਮ ਰੂਲ ਕਹਿ ਦਿੰਦੇ ਹਾਂ। ਇਟ ਇਜ਼ ਨਾਟ ਓਨਲੀ ਮੁਸਲਿਮਸ, ਇਟ ਇਜ਼ ਉਹ ਵੀ ਉਹਨਾਂ ਦੀ ਆਪਸ ਦੇ ਵਿੱਚ ਵੰਡਾਂ ਤੇ ਉਹਨਾਂ ਦੀ ਆਪਸ ਲੜਾਈਆਂ ਓਨੀਆਂ ਹੀ ਨੇ ਜਿੰਨੀਆਂ ਕਿ ਕਿਸੇ ਹੋਰ 'ਚ ਹੋ ਸਕਦੀਆਂ ਨੇ। ਹੁਣ ਆਪਾਂ ਦੇਖਾਂਗੇ ਕਿ ਅਰਬਸ ਤੇ ਤੁਰਕਾਂ ਦੀ ਲੜਾਈਆਂ ਕਿਵੇਂ ਹੋਈਆਂ ਔਰ ਉਹਦੇ ਵਿੱਚੋਂ ਕੌਣ ਜੇਤੂ ਰਿਹਾ ਅੱਗੇ। ਸੋ ਸਫਾਰਿਡ ਡਾਇਨੈਸਟੀ ਆਈ ਇਹ, ਦੈਟ ਵਾਜ਼ ਯਾਕੂਬ ਇਬਨ ਬਿਨ ਲਾਇਸ, ਉਸਨੇ ਫਾਰਮ ਕੀਤੀ। ਔਰ ਇਹ ਜ਼ਾਬੁਲਿਸਤਾਨ ਦਾ ਇਲਾਕਾ 867 ਤੋਂ ਲੈ ਕੇ
870 ਤੱਕ ਜਿਹੜਾ ਸੀਗਾ ਹੀ ਵਾਸ ਏਬਲ ਟੂ ਐਸਟੈਬਲਿਸ਼ ਹਿਸ ਰੂਲ। ਔਰ ਇਹ ਅੱਜ ਦਾ ਮਾਡਰਨ ਅਫਗਾਨਿਸਤਾਨ ਦਾ ਡਿਵੀਜ਼ਨ ਹੈਗੀ ਹੈ। ਅਸੀਂ ਦੇਖਦੇ ਹਾਂ ਇਹ ਕਾਬੁਲ ਵਾਲਾ ਇਲਾਕਾ ਹੈ। ਇਹ ਸਿਰਫ ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜੀ ਚੀਜ਼ਾਂ ਕਿੱਥੇ ਕਿੱਥੇ ਨੇ। ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਇਹ ਇੰਪੋਰਟੈਂਟ ਸਿਟੀਜ਼ ਨੇ ਸਾਰੇ। ਕਾਬੁਲ ਐਜ਼ ਯੂ ਨੋ ਇਟ ਇਜ਼ ਦ ਕੈਪੀਟਲ ਆਫ ਅਫਗਾਨਿਸਤਾਨ। ਔਰ ਇੱਥੇ ਦਰਿਆ ਵੀ ਚੱਲਦਾ, ਇੱਕ ਕਾਬੁਲ ਦਰਿਆ ਹੈ ਜਿਹੜਾ ਕਿ ਸਿੰਧ ਵਿੱਚ ਆ ਕੇ ਮਿਲਦਾ ਹੈ। ਦਿਸ ਇਜ਼ ਗਜ਼ਨੀ ਦਾ ਇਲਾਕਾ ਜਿਹੜਾ ਸੀਗਾ ਦਿਸ ਵਾਜ਼ ਕੰਟਰੋਲਡ ਬਾਈ ਯਾਕੂਬ। ਔਰ ਗਜ਼ਨੀ ਇਸ ਕਰਕੇ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਮਹਿਮੂਦ ਗਜ਼ਨੀ ਉਸਨੇ ਇੱਥੇ ਦਾ ਉਹ ਗਜ਼ਨੀ ਦੇ ਇਲਾਕੇ ਦਾ ਸੀਗਾ ਔਰ ਉਸਨੇ ਹਿੰਦੁਸਤਾਨ ਦੇ ਉੱਤੇ ਅਟੈਕ ਕੀਤੇ ਸੀਗੇ। ਔਰ ਇਹ ਆਪਾਂ ਨੀਚੇ ਕੰਧਾਰ ਇਜ਼ ਵਨ ਆਫ ਦ ਮੇਨ ਇੰਪੋਰਟੈਂਟ ਸਿਟੀਜ਼ ਆਫ ਅਫਗਾਨਿਸਤਾਨ ਆਲਸੋ। ਇਹ ਘੂਰ ਹੈ, ਦਿਸ ਇਜ਼ ਘੂਰ। ਜਦੋਂ ਕਿ ਆਪਾਂ ਕਹਿੰਦੇ ਕਿ ਸੈਕਿੰਡ ਹੋਲੋਕਾਸਟ ਹੋਇਆ, ਮੁਹੰਮਦ ਗੌਰੀ ਨੇ ਜਦੋਂ ਹਿੰਦੁਸਤਾਨ ਦੇ ਉੱਤੇ ਅਟੈਕ ਕੀਤੇ, ਦੈਟ ਇਜ਼ ਉਹਦਾ ਇਲਾਕਾ ਇਹ ਵਾਲਾ ਸੀਗਾ। ਇਹ ਬਲਖ ਦਾ ਨਾਮ ਵੀ ਮੈਂ ਖਾਸ ਤੌਰ ਤੇ ਇੱਥੇ ਤੁਹਾਨੂੰ ਅੰਡਰਲਾਈਨ ਕੀਤਾ ਕਿਉਂਕਿ ਪੰਜਾਬੀ ਦੀ ਕਹਾਵਤ ਹੈ, ਠੀਕ ਹੈ, ਜੋ ਸੁਖ ਛੱਜੂ ਦੇ ਚੁਬਾਰੇ ਉਹ ਨਾ ਬਲਖ ਨਾ ਬੁਖਾਰੇ, ਠੀਕ ਹੈ। ਇਹ ਅਸੀਂ ਕਿਉਂ ਕਹਿੰਦੇ ਹਾਂ ਕਿ ਭਾਵੇਂ ਇਹ ਦੂਰ ਦੇ ਸੁਪਨੇ ਹੁੰਦੇ ਨੇ। ਇਹ ਬਲਖ ਬੁਖਾਰਾ ਬਹੁਤ ਵੱਡੇ ਸ਼ਹਿਰ ਸੀਗੇ, ਬਹੁਤ ਇੰਪੋਰਟੈਂਟ ਸ਼ਹਿਰ ਸੀਗੇ, ਪਰ ਜੋ ਸੁੱਖ ਆਪਾਂ ਨੂੰ ਆਪਣੇ ਘਰ ਦੀ ਛੱਤ ਦੇ ਹੇਠ ਮਿਲਦਾ ਉਹ ਕਿਤੇ ਬਾਹਰ ਜਾ ਕੇ ਨਹੀਂ ਮਿਲਦਾ। ਦੈਟ ਇਜ਼ ਵਾਈ ਇਹ ਮੁਹਾਵਰਾ ਜਿਹੜਾ ਸੀਗਾ ਇਹ ਪੰਜਾਬੀ ਦਾ ਕਾਫੀ ਮਸ਼ਹੂਰ ਹੈ। ਇਹ ਸਿਰਫ ਮੈਪ ਮੈਂ ਤੁਹਾਨੂੰ ਦਿਖਾਇਆ, ਤੁਹਾਨੂੰ ਆਈਡੀਆ ਹੋਵੇ ਕਿ ਹਾਊ ਡਿਡ ਇਟ ਲੁੱਕ ਲਾਈਕ। ਨਾਓ ਯਾਕੂਬ ਨੇ ਦੇਖਿਆ ਜੀ ਉਹਦੀ ਲੱਲਿਆ ਦੇ ਨਾਲ ਲੜਾਈ ਹੋਈ, ਠੀਕ ਹੈ ਜੀ, ਔਰ ਉਸਨੇ ਤਕਰੀਬਨ ਜਿਹੜਾ ਸੀਗਾ ਕਾਬੁਲ ਦੇ ਇਲਾਕੇ ਦੇ ਉੱਤੇ ਜਿਹੜਾ ਸੀਗਾ ਕਾਬੁਲ ਦਾ ਕਿਲਾ ਆਪਣੇ ਕੰਟਰੋਲ 'ਚ ਕਰ ਲਿਆ। ਬਟ ਲੱਲਿਆ ਵਾਜ਼ ਏਬਲ ਟੂ ਕੀਪ ਕਿ ਜਿਹੜਾ ਸਿੰਧ ਵੈਲੀ ਵਾਲਾ ਇਲਾਕਾ ਸੀਗਾ ਜਾਂ ਕਾਬੁਲ ਵੈਲੀ ਵਾਲਾ ਇਲਾਕਾ ਸੀਗਾ ਉਹਦੇ ਉੱਤੇ ਲੱਲਿਆ ਦਾ ਹੀ ਰਾਜ ਰਿਹਾ। ਉਸ ਏਰੀਏ ਦੇ ਉੱਤੇ ਆਪਣਾ ਯਾਕੂਬ ਦਾ ਕਬਜ਼ਾ ਨਹੀਂ ਹੋ ਪਾਇਆ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਿੰਦੂ ਸ਼ਾਹੀ ਰਾਜ ਜਿਹੜਾ ਸੀਗਾ ਉਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਫੈਲਿਆ ਹੋਇਆ ਸੀਗਾ ਅਸੀਂ ਦੇਖਦੇ ਹਾਂ। ਇਹ ਚਨਾਬ ਤੋਂ ਲੈ ਕੇ ਦਿਸ ਇਜ਼ ਚਨਾਬ ਰਿਵਰ, ਠੀਕ ਹੈ ਜੀ, ਚਨਾਬ ਤੋਂ ਲੈ ਕੇ ਇਹ ਕਾਬੁਲ ਦੇ ਇਲਾਕੇ ਤੱਕ ਇਹ ਸਾਰਾ ਇਲਾਕਾ ਜਿਹੜਾ ਸੀਗਾ ਦਿਸ ਇਜ਼ ਨੋਨ ਐਜ਼ ਹਿੰਦੂ ਸ਼ਾਹੀ ਰੂਲ ਕਿਹਾ ਜਾਂਦਾ ਹੈ। ਔਰ ਇਹ ਜਿਹੜਾ ਉਹਦੇ ਨੀਚੇ ਆਪਾਂ ਕਾਬੁਲ ਦੇਖਦੇ ਹਾਂ, ਇੱਥੇ ਗਜ਼ਨੀ ਆ ਜਾਂਦਾ ਹੈ, ਦੈਟ ਵਾਜ਼ ਇਹ ਤੁਹਾਡਾ ਦੂਜਾ ਯਾਕੂਬ ਦਾ ਇਲਾਕਾ ਇਹ ਤਰੀਕੇ ਨਾਲ ਆ ਜਾਂਦਾ ਹੈ। ਸੋ ਇਟ ਵਾਜ਼ ਅ ਬਿਗ ਐਮਪਾਇਰ ਜਿਹਨੇ ਕਿ ਇਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਸੀਗਾ। ਸੋ ਇਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੁਸਲਿਮਸ ਦੇ ਵਿੱਚ ਵੀ ਆਪਸ ਦੀਆਂ ਦੁਸ਼ਮਣੀਆਂ ਬਹੁਤ ਨੇ, ਆਪਸ ਦੇ ਫਿਰਕੇ ਬਹੁਤ ਨੇ। ਇਹ ਯਾਕੂਬ ਅਰਬ ਸੀਗਾ, ਹੁਣ ਅਲਪ ਤਾਗਿਨ, ਠੀਕ ਹੈ, ਉਸਨੇ ਇਹ ਜ਼ਾਬੁਲ ਵਾਲੇ ਇਲਾਕੇ ਦੇ ਉੱਤੇ ਕਬਜ਼ਾ ਕੀਤਾ, ਅਟੈਕ ਕੀਤਾ ਔਰ ਲੜਾਈ ਹੋਈ ਉਹਨਾਂ ਦੇ ਨਾਲ। ਐਂਡ ਹੀ ਵਾਜ਼ ਏਬਲ ਟੂ ਕਿ ਗਜ਼ਨੀ ਦੇ ਉੱਤੇ 962 ਈਸਵੀ ਦੇ ਵਿੱਚ ਹੀ ਵਾਜ਼ ਏਬਲ ਟੂ ਕੰਟਰੋਲ ਇਟ। ਨਾਓ ਤੁਸੀਂ ਕਹੋਗੇ 865 ਤੋਂ 960 ਦੇ ਉੱਤੇ ਪਹੁੰਚ ਗਏ ਆ। ਦੇਖੋ ਸਮੇਂ ਦੇ ਵਿੱਚ, ਹਿਸਟਰੀ ਦੇ ਵਿੱਚ 100 ਸਾਲ ਦਾ ਸਮਾਂ ਉਹਦਾ ਇੱਕ ਬਿੰਦ ਵਾਂਗ ਹੁੰਦਾ ਸਿਰਫ ਉਹ, ਠੀਕ ਹੈ ਜੀ। ਅਸੀਂ ਕਹਿੰਦੇ ਹਾਂ ਕਿ ਸਾਡੇ ਵਾਸਤੇ ਇੱਕ ਦਿਨ ਕੱਢਣਾ, ਇੱਕ ਮਿੰਟ ਕੱਢਣਾ ਵੀ ਔਖਾ ਹੋ ਜਾਂਦਾ, ਪਰ ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ ਤਾਂ ਦੇਖਦੇ ਹਾਂ ਕਿ 100 ਸਾਲ ਦੇ ਸਮੇਂ ਦੇ ਵਿੱਚ ਉਹਦੀ ਹਿਸਟਰੀ ਨੂੰ ਅਸੀਂ ਚੰਦ ਲਾਈਨਾਂ ਦੇ ਵਿੱਚ ਬਿਆਨ ਕਰ ਸਕਦੇ ਹਾਂ। ਇਹੀ ਯਾਕੂਬ ਜਿਹਨੇ ਕਿ ਗਜ਼ਨੀ ਦੇ ਉੱਤੇ ਕੰਟਰੋਲ ਕੀਤਾ ਸੀ, ਅਰਬਸ ਦਾ ਕੰਟਰੋਲ ਸੀਗਾ, 100 ਸਾਲ ਉਹਨਾਂ ਦਾ ਕਬਜ਼ਾ ਰਿਹਾ। ਪਰ 100 ਸਾਲ ਬਾਅਦ ਅਲਪ ਤਗਿਨ, ਠੀਕ ਹੈ ਜੀ, ਉਸਨੇ ਗਜ਼ਨੀ ਦੇ ਉੱਤੇ ਜਿਹੜਾ ਸੀਗਾ ਆਪਣਾ ਕਬਜ਼ਾ ਜਮਾ ਲਿਆ। ਹਾਲੇ ਵੀ ਕਾਬੁਲ ਵਾਲੇ ਇਲਾਕੇ ਦੇ ਉੱਤੇ ਜਿਹੜਾ ਸੀਗਾ ਹਿੰਦੂ ਸ਼ਾਹੀ ਰੂਲ ਚੱਲ ਰਿਹਾ, ਉਸ ਦੇ ਉੱਤੇ ਉਹਨਾਂ ਦਾ ਕਬਜ਼ਾ ਨਹੀਂ ਹੋਇਆ ਸੀਗਾ। ਹੁਣ ਇਹ ਅਲਪ ਤਗਿਨ ਜਿਹੜੇ ਸੀਗੇ ਇਹਨਾਂ ਦੀ ਵੀ ਕਹਾਣੀਆਂ ਚੱਲਦੀਆਂ ਨੇ, ਠੀਕ ਹੈ ਜੀ। ਇੱਕ ਪਰਸ਼ੀਆ ਦਾ ਰਾਜਾ ਹੋਇਆ ਸ਼ਹਿਰਯਾਰ, ਠੀਕ ਹੈ। ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਕੁਛ ਉਹਦੇ ਦੁਸ਼ਮਣਾਂ ਨੇ ਮਾਰ ਦਿੱਤਾ। ਇਹ ਉਹਦੀ ਡਾਇਨੈਸਟੀ ਦੇ ਵਿੱਚੋਂ ਜਿਹੜੇ ਸੀ ਅਲਪ ਤਗਿਨ ਸੀਗੇ ਔਰ ਉਸ ਨੇ ਜਿਹੜਾ ਸੀਗਾ ਉੱਥੋਂ ਉਹ ਨਿਕਲ ਕੇ ਉਹ ਤੁਰਕ ਵਾਲੇ ਇਲਾਕਿਆਂ 'ਚ ਚਲਾ ਗਿਆ, ਉੱਥੇ ਜਾ ਕੇ ਉਹਨਾਂ ਆਪਣਾ ਕੁਛ ਇਲਾਕਾ ਕਾਇਮ ਕੀਤਾ। ਔਰ ਜਿਹੜਾ ਅਲਪ ਤਗਿਨ ਸੀਗਾ ਉਸ ਤੋਂ ਬਾਅਦ ਜਿਹੜੀ ਪਾਵਰ ਹੱਥ ਆਈ ਉਹ ਸਬਤ ਕਾਗਿਨ ਦੇ ਹੱਥ ਦੇ ਵਿੱਚ ਆਈ। ਸਬਤ ਕਾਗਿਨ ਇਹ ਅਲਪ ਤਗਿਨ ਦਾ ਜਵਾਈ ਸੀਗਾ, ਹੈ ਤਾਂ ਗੁਲਾਮ ਸੀ ਉਹਦਾ, ਪਰ ਉਹਦੀ ਧੀ ਨਾਲ ਵਿਆਹ ਕੀਤਾ ਔਰ ਉਸ ਤੋਂ ਬਾਅਦ ਉਹਦਾ ਜਵਾਈ ਬਣਿਆ। ਦੈਟ ਇਜ਼ ਹਾਊ ਆਪਾਂ ਹੁਣ ਜਿਹੜੀ ਹਿਸਟਰੀ ਦੇ ਉੱਤੇ ਆਉਂਦੇ ਹਾਂ ਕਿ ਇੱਕ ਪਾਸੇ ਆਪਣਾ ਹਿੰਦੂ ਸ਼ਾਹੀ ਰੂਲ ਹੈ ਔਰ ਇੱਕ ਪਾਸੇ ਜਿਹੜਾ ਸੀਗਾ ਇਹ ਗਜ਼ਨੀ ਦੇ ਵਿੱਚ ਸਬਤ ਕਾਗਿਨ ਉਹਦਾ ਇਲਾਕਾ ਹੈ। ਔਰ ਇਹ ਮੈਂ ਤੁਹਾਨੂੰ ਨਕਸ਼ਾ ਤਾਂ ਕਰਕੇ ਇਸ ਕਰਕੇ ਦਿਖਾ ਰਿਹਾ ਸੀਗਾ ਕਿ ਇਹ ਵੀ ਤੁਹਾਨੂੰ ਪਤਾ ਲੱਗਦਾ ਹੈ ਸਾਨੂੰ ਇੱਥੇ ਇਹ ਖੈਬਰ ਪਾਸ ਵਾਲਾ ਇਲਾਕਾ ਹੈ। ਦਿਸ ਇਜ਼ ਖੈਬਰ ਪਾਸ, ਇਹ ਕਾਬੁਲ ਹੈ ਔਰ ਇਹ ਚਨਾਬ ਵਾਲਾ ਇਲਾਕਾ ਹੈ। ਇਹ ਦਿਸ ਇਜ਼ ਦ ਰੋਡ ਵਿਚ ਲੀਡਸ ਟੂ ਇੰਡੀਆ।
ਇੰਡੀਆ ਨੂੰ ਹਿੰਦੁਸਤਾਨ ਦੇ ਵਿੱਚ ਆਉਣ ਵਾਸਤੇ ਤਕਰੀਬਨ 2-3 ਰਸਤੇ ਬਚਦੇ ਨੇ ਵੈਸਟ ਤੋਂ ਆਉਣ ਵਾਸਤੇ। ਇੱਕ ਤਾਂ ਖੈਬਰ ਪਾਸ ਹੈ ਔਰ ਇੱਕ ਮੁਲਤਾਨ ਦੇ ਕੋਲ ਆਉਂਦਾ ਗੋਮਲ ਪਾਸ ਆਉਂਦਾ, ਠੀਕ ਹੈ ਜੀ, ਇੱਕ ਗੋਮਲ ਪਾਸ ਆਉਂਦਾ। ਤਕਰੀਬਨ ਇਹਨਾਂ 2 ਰਸਤਿਆਂ ਦੇ ਵਿੱਚੋਂ ਹੀ ਤਕਰੀਬਨ ਜਿਹੜਾ ਸੀਗਾ ਹਿੰਦੁਸਤਾਨ ਵਾਸਤੇ ਰਸਤਾ ਬਣਦਾ। ਇਹ ਮੈਂ ਨਕਸ਼ਾ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਸੀਗਾ। ਨਾਓ ਆਈ ਡੂ ਨਾਟ ਟੇਕ ਦ ਵੈਰਾਸਿਟੀ ਆਫ ਦੀਜ਼ ਕਿ ਇਹ ਨਕਸ਼ੇ ਆਪਣਾ ਪੋਲੀਟੀਕਲੀ ਠੀਕ ਹੈ ਕਿ ਨਹੀਂ ਹੈ, ਆਈ ਡੂ ਨਾਟ ਨੋ। ਪਰ ਇਹ ਚੀਜ਼ ਵੀ ਦੇਖਣ ਵਾਲੀ ਹੈ ਕਿ ਇੱਕ ਪਾਸੇ ਹਿੰਦੂ ਕੁਸ਼ ਹੈ ਔਰ ਇੱਕ ਪਾਸੇ ਕਰਾਕੋਰਮ ਰੇਂਜ ਹੈ। ਕਰਾਕੋਰਮ ਰੇਂਜ ਆਪਣਾ ਅਕਸਾਈ ਚੰਦਾ ਏਰੀਆ ਹੈ ਕਸ਼ਮੀਰ ਦੇ ਵਿੱਚ, ਔਰ ਜਿਹੜਾ ਹਿੰਦੂ ਕੁਸ਼ ਵਾਲਾ ਏਰੀਆ ਹੈ ਦੈਟ ਇਜ਼ ਇਹ ਅਫਗਾਨਿਸਤਾਨ ਦੇ ਬਾਰਡਰ ਦੇ ਉੱਤੇ ਪੈਂਦਾ ਹੈ। ਔਰ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਹਿੰਦੂ ਸ਼ਾਹੀ ਰੂਲ ਦਾ ਰਾਜ ਸੀਗਾ ਚਨਾਹ ਤੋਂ ਲੈ ਕੇ ਉਹ ਹਿੰਦੂ ਕੁਸ਼ ਤੱਕ ਉਹਨਾਂ ਦਾ ਰਾਜ ਸੀਗਾ। ਹੁਣ ਆਪਾਂ ਅੱਗੇ ਦੇਖੀਏ ਕਿ ਸਬਕਤਾਗਿਨ ਹੀ ਬਿਕੇਮ ਦਾ ਕੰਟਰੋਲਰ ਆਫ ਗਜ਼ਨੀ। ਅਲਪਤਗਿਨ ਤੋਂ ਬਾਅਦ ਉੱਥੇ ਦਾ ਰਾਜਾ ਬਣਿਆ। ਔਰ ਦੂਜੇ ਪਾਸੇ ਜਿਹੜਾ ਸੀਗਾ ਜੈਪਾਲ ਵਾਸ ਦਾ ਕਿੰਗ ਆਫ ਹਿੰਦੂ ਸ਼ਾਹੀ ਰੂਲਸ। ਔਰ ਇਹਨਾਂ ਦੀ ਜਿਹੜੀ ਰਾਜਧਾਨੀ ਸੀਗੀ ਪਹਿਲਾਂ ਕਾਬੁਲ ਸੀ। ਕਾਬੁਲ ਤੋਂ ਜਦੋਂ ਉੱਥੇ ਅਟੈਕ ਹੋਏ ਦੇ ਮੂਵਡ ਟੂਵਰਡਸ ਈਸਟ ਆਲਸੋ। ਈਸਟ ਵਿੱਚ ਆਉਂਦੇ ਆਉਂਦੇ ਉਹ ਇੱਕ ਜਗ੍ਹਾ ਵਾਹੇ ਹਿੰਦ ਪੈਂਦੀ ਹੈ, ਅਟਕ ਦੇ ਬਾਰਡਰ ਦੇ ਉੱਤੇ ਵਾਹੇ ਹਿੰਦ, ਠੀਕ ਹੈ, ਉਸ ਇਲਾਕੇ ਦੇ ਉੱਤੇ ਇਹਨਾਂ ਦੀ ਰਾਜਧਾਨੀ ਸੀਗੀ। ਔਰ ਇੱਕ ਛੱਚ ਦੀ ਲੜਾਈ ਹੋਈ, ਉਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ ਬਿਕਾਜ਼ ਦੈਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਵਾਰ ਜਿਹਨੇ ਕਿ ਹਿੰਦੁਸਤਾਨ ਦਾ ਨਕਸ਼ਾ ਬਦਲਿਆ ਹੋ। ਸੋ ਸਬਕਤਾਗਿਨ ਇਹ ਬਾਰ-ਬਾਰ ਇਲਾਕਿਆਂ ਦੇ ਉੱਤੇ ਅਟੈਕ ਕਰਦਾ ਸੀਗਾ, ਠੀਕ ਹੈ। ਇਸ ਕਰਕੇ ਜੈਪਾਲ ਨੇ ਸੋਚਿਆ ਕਿ ਇਸ ਮੁਸੀਬਤ ਨੂੰ ਇੱਕੋ ਵਾਰ ਨਿਬੇੜ ਲੈਣਾ ਚਾਹੀਦਾ। ਉਹਨੇ ਬਹੁਤ ਵੱਡੀ ਫੌਜ ਇਕੱਠੀ ਕੀਤੀ ਔਰ ਉਸ ਫੌਜ ਦੇ ਨਾਲ ਜਿਹੜਾ ਸੀਗਾ ਉਹਨੇ ਸਬਕਤਾਗਿਨ ਜਾਂ ਉਹਦੀ ਗਜ਼ਨੀ ਦੇ ਉੱਤੇ ਅਟੈਕ ਕੀਤਾ। ਜਦੋਂ ਉਸ ਅਟੈਕ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ 986 ਈਸਵੀ ਦੇ ਵਿੱਚ ਇਹ ਜਿਹੜਾ ਸੀਗਾ ਪਹਿਲਾ ਅਟੈਕ ਕੀਤਾ। 1 ਲੱਖ ਤੋਂ ਜ਼ਿਆਦਾ ਦੀ ਫੌਜ ਸੀਗੀ ਔਰ ਦੂਜੇ ਪਾਸੇ ਸਬਕਤਾਗਿਨ ਦੀ ਜਿਹੜੀ ਫੌਜ ਸੀ ਉਹ ਛੋਟੀ ਸੀ, ਠੀਕ ਹੈ। ਪਰ ਹੁੰਦਾ ਕੀ ਹੈ ਕਿ ਲੜਾਈ ਦੇ ਵਿੱਚ ਜਿੱਤ ਨੰਬਰਾਂ ਨਾਲ ਨਹੀਂ ਹੁੰਦੀ, ਠੀਕ ਹੈ ਜੀ। ਜਿੱਤ ਇਕੱਲੇ ਹੌਸਲੇ ਨਾਲ ਵੀ ਨਹੀਂ ਹੁੰਦੀ, ਜਿੱਤ ਤਰੀਕਿਆਂ ਦੇ ਨਾਲ ਹੁੰਦੀ ਹੈ, ਟੈਕਟਿਕਸ ਦੇ ਨਾਲ ਹੁੰਦੀ ਹੈ। ਇਹ ਕਿਹਾ ਜਾਂਦਾ ਹੈ ਕਿ ਸਬਕਤਾਗਿਨ ਨੇ ਇੱਕ ਪਹਾੜੀ ਤੇ ਚੜ੍ਹ ਕੇ ਦੇਖਿਆ ਕਿ ਬਹੁਤ ਵੱਡੀ ਫੌਜ ਹੈ। ਉਹਨੇ ਆਪਣੇ ਜਿਹੜੇ ਨਾਲ ਉਹਦੇ ਸਾਥੀ ਸੀਗੇ ਉਹਨਾਂ ਨੂੰ 500 ਦੀ ਟੋਲੀਆਂ ਦੇ ਵਿੱਚ ਵੰਡ ਦਿੱਤਾ ਔਰ ਕਿਹਾ ਕਿ ਤੁਸੀਂ ਇਕੱਠਿਆਂ ਅਟੈਕ ਨਹੀਂ ਕਰਨਾ, ਵਾਰੀ ਜਾ ਕੇ ਅਟੈਕ ਕਰਨੇ ਨੇ। ਔਰ ਨਾਓ ਟੈਕਟੀਕਲੀ ਜਿਹੜਾ ਸੀਗਾ ਹੀ ਵਾਜ਼ ਏਬਲ ਟੂ ਵਿਨ ਦਾ ਵਾਰ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਵੇਲੇ ਕਿਤੇ ਬਾਰਿਸ਼ ਪੈ ਗਈ ਔਰ ਜਿਹੜੀ ਸੀਗੀ ਜੈਪਾਲ ਦੀ ਜਿਹੜੀ ਫੌਜ ਸੀਗੀ ਉਹ ਚਿੱਕੜ ਦੇ ਵਿੱਚ ਫਸ ਗਈ। ਇਸ ਕਰਕੇ ਹੀ ਵਾਜ਼ ਨਾਟ ਏਬਲ, ਉਹ ਜਿਹੜਾ ਸੀਗਾ ਲੜਾਈ ਜਿੱਤ ਨਹੀਂ ਪਾਇਆ। ਪਰ ਇਹ ਗੱਲਾਂ ਬਹਾਨੇ ਬਣ ਕੇ ਰਹਿ ਜਾਂਦੇ ਨੇ। ਇਹ ਗੱਲਾਂ ਜਿਹੜੀਆਂ ਸੀਗੀਆਂ ਜਿੰਨੀਆਂ ਉਹਦੇ ਵਾਸਤੇ ਟਰੂ ਸੀਗੀਆਂ ਉਨੀਆਂ ਜਿਹੜੀਆਂ ਸੀਗੀਆਂ ਇਹ ਉਹਦੇ ਆਪਣਾ ਸਬਕਤਾਗਿਨ ਵਾਸਤੇ ਵੀ ਜਿਹੜੇ ਸੀ ਉਨੀਆਂ ਮਾਇਨੇ ਰੱਖਦੀਆਂ ਸੀਗੀਆਂ। ਸੋ ਅਲਟੀਮੇਟਲੀ ਵਾਟ ਹੈਪਨਡ ਵਾਜ਼ ਕਿ ਜੈਪਾਲ ਹਾਰ ਗਿਆ। ਜਦੋਂ ਜੈਪਾਲ ਹਾਰਿਆ ਤਾਂ ਉਸਨੇ ਕੀ ਕੀਤਾ ਕਿ ਆਪਸ 'ਚ ਵਾਅਦਾ ਹੋਇਆ ਔਰ ਕਿਹਾ ਕਿ ਤੁਹਾਨੂੰ ਅਸੀਂ ਜਿਹੜਾ ਸੀਗਾ ਇਹਨੂੰ ਪੈਸਾ ਦੇਵਾਂਗੇ, ਤੁਹਾਨੂੰ ਇੰਨਾ ਭੇਟ ਦੇਵਾਂਗੇ ਔਰ ਇਸ ਤਰੀਕੇ ਨਾਲ ਆਪਸ ਸਮਝੌਤਾ ਹੋ ਗਿਆ। ਜਦੋਂ ਜੈਪਾਲ ਵਾਪਸ ਆਪਣੇ ਕੈਪੀਟਲ ਦੇ ਵਿੱਚ ਆਇਆ ਦੈਨ ਜਦੋਂ ਸਲਾਹ ਕੀਤੀ ਉਹ ਮੁੱਕਰ ਗਏ, ਠੀਕ ਹੈ। ਦੇ ਡਿਸਾਈਡਡ ਕਿ ਅਸੀਂ ਇਹਨਾਂ ਨੂੰ ਕੁਝ ਨਹੀਂ ਦੇਣਾ ਔਰ ਉਸਨੇ ਗਵਾਲੀਅਰ ਦੇ ਰਾਜਾ, ਕਨੌਜ ਦੇ ਰਾਜਾ, ਕਲਿੰਜਰ ਦੇ ਰਾਜਾ, ਅਜਮੇਰ ਦੇ ਰਾਜਾ, ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਸਲਾਹ ਕੀਤੀ ਔਰ ਦੁਬਾਰਾ ਜਿਹੜਾ ਸੀਗਾ ਉਹਨਾਂ ਨੇ ਫਿਰ ਦੁਬਾਰਾ ਗਜ਼ਨੀ ਦੇ ਉੱਤੇ ਅਟੈਕ ਕੀਤਾ। ਨਾਓ ਇਨ ਦਿਸ ਪਾਰਟਿਕੂਲਰ ਵਾਰ, ਠੀਕ ਹੈ ਜੀ, ਦੁਬਾਰਾ ਫਿਰ ਇਹ ਕਿਹਾ ਜਾਂਦਾ ਹੈ ਕਿ ਜੈਪਾਲ ਫਿਰ ਦੁਬਾਰਾ ਹਾਰ ਗਿਆ। ਲੜਿਆ ਤਾਂ ਬਹੁਤ ਬਹਾਦਰੀ ਦੇ ਨਾਲ, ਪਰ ਇਹ ਕਿਹਾ ਜਾਂਦਾ ਹੈ ਕਿ ਉਹਦਾ ਹਾਥੀ ਜਿਹੜਾ ਸੀਗਾ ਉਹ ਕਿਤੇ ਕਾਬੂ ਤੋਂ ਬਾਹਰ ਹੋ ਗਿਆ। ਜਦੋਂ ਹਾਥੀ ਕਾਬੂ ਤੋਂ ਬਾਹਰ ਹੋਇਆ ਉਹ ਕਿਤੇ ਪਿੱਛੇ ਵੱਲ ਨੂੰ ਮੁੜ ਗਿਆ। ਜਦੋਂ ਰਾਜੇ ਦਾ ਹਾਥੀ ਪਿੱਛੇ ਮੁੜ ਗਿਆ ਫੌਜ ਨੇ ਆਪਣੇ ਹਥਿਆਰ ਸੁੱਟ ਦਿੱਤੇ ਔਰ ਉਹਦੇ ਨਾਲ ਉਹ ਫੌਜਾਂ ਵੀ ਪਿੱਛੇ ਹਟ ਗਈਆਂ ਐਂਡ ਅਲਟੀਮੇਟਲੀ ਸਬਕਤਾਗਿਨ ਵਾਜ਼ ਏਬਲ ਟੂ ਵਿਨ ਦਿਸ ਪਾਰਟਿਕੂਲਰ ਵਾਰ। ਔਰ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਹਿੰਦੂ ਸ਼ਾਹੀ ਜਿਹੜਾ ਰੂਲ ਸੀਗਾ ਇਟ ਆਲਮੋਸਟ ਕੇਮ ਟੂ ਐਨ ਐਂਡ। ਅਸੀਂ ਇਹ ਦੇਖਦੇ ਸੀਗੇ ਰਾਈਜ਼ ਆਫ ਹਿੰਦੂ ਸ਼ਾਹੀਜ਼। ਅਸੀਂ ਦੇਖਿਆ ਕਿ ਹਿੰਦੂ ਸ਼ਾਹੀ ਰੂਲ ਜਿਹੜਾ ਸੀਗਾ ਇਹ ਤਕਰੀਬਨ 765 ਦੇ ਵਿੱਚ ਇਹ ਉੱਥੇ ਹਿੰਦੂ ਸ਼ਾਹੀ ਰੂਲ ਬਣਿਆ ਔਰ ਇਹ 997
986-87 ਦੇ ਵਿੱਚ ਪਹਿਲੀ ਲੜਾਈ, ਔਰ ਉਸ ਤੋਂ ਬਾਅਦ ਦੂਜੀ ਲੜਾਈ। ਤਕਰੀਬਨ ਇਹਨਾਂ ਲੜਾਈਆਂ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਹਾਰ ਹੋਈ। ਇਸ ਤੋਂ ਬਾਅਦ ਜੈਪਾਲ ਨੇ ਕੀ ਕੀਤਾ, ਦੈਟ ਇਜ਼ ਵੈਰੀ ਇੰਪੋਰਟੈਂਟ ਆਲਸੋ ਟੂ ਅੰਡਰਸਟੈਂਡ ਕਿ ਇੱਕ ਬਹਾਦਰ ਰਾਜਾ ਆਪਣੀ ਹਾਰ ਤੋਂ ਬਾਅਦ ਕੀ ਕਰੇ, ਆਪਣੀ ਪ੍ਰਜਾ ਨੂੰ ਉਹ ਕੀ ਮੂੰਹ ਦਿਖਾਏ। ਵਾਟ ਹੀ ਡਿਡ ਵਾਜ਼, ਉਹਨੇ ਪਬਲਿਕਲੀ ਚਿਤਾ ਬਣਾ ਕੇ ਹੀ ਕਮਿਟਡ ਆਪਣੀ, ਉਹਨੇ ਚਿਤਾ ਦੇ ਵਿੱਚ ਜਿਹੜਾ ਸੀਗਾ ਆਪਣੇ ਆਪ ਨੂੰ ਅੱਗ ਲਗਾ ਲਈ ਐਂਡ ਹੀ ਕਮਿਟਡ ਸੁਸਾਈਡ ਬਿਕਾਜ਼ ਹੀ ਕੁਡ ਨਾਟ ਫੇਸ, ਜਾਂ ਉਹ ਹਾਰ ਉਸ ਨੂੰ ਬਰਦਾਸ਼ਤ ਨਹੀਂ ਹੋਈ। ਔਰ ਉਸ ਤੋਂ ਬਾਅਦ ਆਨੰਦਪਾਲ ਉਹਦਾ ਪੁੱਤਰ ਹੀ ਬਿਕੇਮ ਦਾ ਕਿੰਗ ਆਫ ਹਿੰਦੂ ਸ਼ਾਹੀ ਰੂਲਰ। ਔਰ ਉਹਦੀਆਂ ਜਿਹੜੀਆਂ ਲੜਾਈਆਂ ਨੇ ਉਸ ਦੇ ਨਾਲ ਕੀ ਕੀ ਹੋਇਆ, ਇਹ ਆਪਾਂ ਫਿਰ ਅਗਲੀ ਲੜੀ ਦੀ ਆਪਾਂ ਗੱਲ ਕਰਾਂਗੇ, ਕਿਉਂਕਿ ਹਾਲੇ ਹਿੰਦੂ ਸ਼ਾਹੀ ਕਿੰਗਡਮ ਖਤਮ ਨਹੀਂ ਹੋਈ। ਠੀਕ ਹੈ, ਇਹ ਕਿਉਂਕਿ ਦਬਦਬਾ ਹਾਲੇ ਵੀ ਬਹੁਤ ਸੀਗਾ ਇਹਨਾਂ ਦਾ। ਠੀਕ ਹੈ, ਔਰ ਆਪਾਂ ਉਹਦੀ ਗੱਲ ਕਰਾਂਗੇ। ਔਰ ਖਾਸ ਤੌਰ 'ਤੇ 1002 ਦੀ ਲੜਾਈ, 1008 ਦੀ ਲੜਾਈ, ਜਿਹਦੇ ਵਿੱਚ ਜਿਹੜੀਆਂ ਕਿ ਬਹੁਤ ਡਿਸੀਸਿਵ ਹੋਈਆਂ। ਔਰ ਮੈਂ ਇਹ ਗੱਲ ਤੁਹਾਨੂੰ ਬਾਰ-ਬਾਰ ਕਹਿਣਾ ਕਿ ਇਹ ਜਿਹੜੀਆਂ ਲੜਾਈਆਂ ਹੋਈਆਂ ਨੇ, ਇਹ ਤਕਰੀਬਨ ਇਹ ਸਾਰਾ ਇਲਾਕਾ ਇਹਨੂੰ ਪੁਰਾਣੇ ਪੰਜਾਬ ਦੇ ਨਾਲ ਅਸੀਂ ਮੇਲ ਕੇ ਚੱਲਦੇ ਹਾਂ। ਔਰ ਪੰਜਾਬ ਦੀ ਹਿਸਟਰੀ ਤੇ ਹਿੰਦੁਸਤਾਨ ਦੀ ਹਿਸਟਰੀ, ਇਹਨਾਂ ਦਾ ਆਪਸ ਦੇ ਵਿੱਚ ਕੀ ਮੇਲ ਹੈ, ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹੀ ਰਸਤੇ, ਇਹੀ ਲੋਕ ਫਿਰ ਹਿੰਦੁਸਤਾਨ ਦੇ ਵਿੱਚ ਆਏ ਔਰ ਇਹਨਾਂ ਨੇ ਆ ਕੇ ਆਪਣੇ ਰਾਜ ਪਾਠ ਕਾਇਮ ਕੀਤੇ। ਨਾਓ ਇਟ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ ਫॉर ਯੂ ਟੂ ਅੰਡਰਸਟੈਂਡ ਕਿ ਇਹਨਾਂ ਲੜਾਈਆਂ ਦੇ ਹਿਸਟੋਰੀਕਲ ਤੇ ਕਲਚਰਲ ਇੰਪੈਕਟਸ ਕੀ ਹੁੰਦੇ ਨੇ। ਡੂ ਯੂ ਨੋ ਦ ਵਰਡ ਹਿੰਸੇ? ਹਿੰਸੇ ਅਸੀਂ ਕਹਿੰਦੇ ਨੇ 1 2 3 4 5 6, ਠੀਕ ਹੈ ਜੀ। ਇਹਨੂੰ ਅੰਗਰੇਜ਼ੀ ਅਸੀਂ ਨਿਊਮਰਲਸ ਕਹਿ ਦਿੰਦੇ ਹਾਂ। ਠੀਕ ਹੈ, ਜਾਂ ਇਹਨਾਂ ਨੂੰ ਅਸੀਂ ਕਹਿ ਦਿੰਦੇ ਕਿ 1 2 3 4 5 6 ਇਹ ਜਿਹੜੇ ਨਿਊਮਰਲਸ ਹੈਗੇ ਨੇ, ਇਹ ਨੰਬਰ ਹੈਗੇ ਨੇ ਇਹ। ਠੀਕ ਹੈ, ਪੁਰਾਣੇ ਜ਼ਮਾਨੇ 'ਚ ਇਹਨਾਂ ਨੂੰ ਹਿੰਸੇ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਇਹ ਹਿੰਸਿਆਂ ਦਾ ਸਿਸਟਮ, ਲੜਾਈਆਂ ਆਪਣੇ ਆਪ ਦੇ ਵਿੱਚ ਕਲਚਰਲ ਇੰਪੈਕਟ ਕ੍ਰੀਏਟ ਕਰਦੀਆਂ ਨੇ। ਲੜਾਈਆਂ ਬਹੁਤ ਸਾਰਾ ਦੁੱਖ ਵੀ ਲੈ ਕੇ ਆਉਂਦੀਆਂ ਨੇ ਔਰ ਕਿਤੇ ਨਾ ਕਿਤੇ ਇਹ ਕਲਚਰਲ ਇੰਪੈਕਟ ਵੀ ਕ੍ਰੀਏਟ ਕਰਦੀਆਂ ਨੇ। ਆਪਸ ਦੇ ਵਿੱਚ ਕਲਚਰਸ ਨੂੰ ਇਹ ਅਸਿਮੀਲੇਟ ਕਰਨ ਦੀ ਵੀ ਕੋਸ਼ਿਸ਼ ਕਰਦੀਆਂ ਨੇ। ਠੀਕ ਹੈ, ਇਹ ਹਿੰਸੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਕਿਤੇ ਨਾ ਕਿਤੇ ਡੈਸੀਮਲ ਸਿਸਟਮ ਸੀਗਾ ਔਰ ਅਰਬਸ ਦੇ ਕੋਲ, ਜਾਂ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਸੀਗੀਆਂ ਸਾਡੀਆਂ, ਦੇ ਡਿਡ ਨਾਟ ਹੈਡ ਦ ਡੈਸੀਮਲ ਸਿਸਟਮ। ਸੋ ਇਹ ਡੈਸੀਮਲ ਸਿਸਟਮ ਵਾਜ਼ ਅਡੋਪਟਡ ਬਾय आफ्टर दीज पर्टिकुलर वॉर्स बाय द अरब्स आल्सो। ठीक है, और यही कहा जाता कि इत्थों ये पहला अरब्स दे कोल गए और उस तो बाद दे ट्रेवल टू द वैसटर्न अपना यूरोप दे विच ये न्यूमरल्स जिहड़े सी उत्थे भी फैले। तुहानूं याद होना कि जे तुसीं अपना फर्स्ट सैकेंड या थर्ड फोर्थ क्लास उत्थे LMN इस तरह असी मतलब कि ਜਿਹੜੇ ਬ੍ਰਿਟਿਸ਼ ਦੇ ਵਿੱਚ ਜਾਂ ਪੁਰਾਣੇ ਰੋਮਨ ਵਰਡ ਦੇ ਵਿੱਚ ਉਹਨਾਂ ਅੱਖਰਾਂ ਨੂੰ LMN ਜਾਂ ਇੰਗਲਿਸ਼ ਐਲਫਾਬੈਟ ਦੇ ਨਾਲ ਜਿਹੜਾ ਸੀ ਡਿਨੋਟ ਕੀਤਾ ਜਾਂਦਾ ਸੀਗਾ। ਇਟ ਵਾਜ਼ ਇਨ ਇੰਡੀਆ that 1 2 3 4 ਔਰ 0 ਦਾ ਅਵਿਸ਼ਕਾਰ ਕਿਹਾ ਜਾਂਦਾ ਕਿ that belongs to India। ਔਰ ਇਹ 0 ਜਿਹੜੀ ਸੀਗੀ ਇਸ ਤਰੀਕੇ ਦੇ ਨਾਲ ਇੱਕ ਕਲਚਰਲ ਅਸਿਮੀਲੇਸ਼ਨ ਦੇ ਨਾਲ ਇੱਥੋਂ ਜਿਹੜੀ ਸੀਗੀ ਇਹ ਵੈਸਟਰਨ ਏਰੀਆ ਦੇ ਵਿੱਚ ਪਹੁੰਚੀ ਹੈ। ਇਸ ਦੇ ਨਾਲ ਅਸੀਂ ਹੋਰ ਵੀ ਦੇਖਦੇ ਹਾਂ ਕਿ ਇਹ 712 ਦੇ ਵਿੱਚ ਅਸੀਂ ਦੇਖਿਆ ਸੀ ਕਿ ਅਰਬਸ ਨੇ ਇੱਥੇ ਕਬਜ਼ਾ ਕੀਤਾ, ਪਰ ਉਹਨਾਂ ਨੇ ਕਬਜ਼ਾ ਕਰਨ ਦੇ ਨਾਲ ਨਾਲ ਇੱਥੇ ਮੁਸਲਮਾਨ ਧਰਮ ਦਾ ਕੋਈ ਬਹੁਤਾ ਪ੍ਰਚਾਰ ਨਹੀਂ ਕੀਤਾ ਜਾਂ ਉਹਨੂੰ ਜ਼ਬਰਦਸਤੀ ਇੰਪੋਜ਼ ਕਰਨ ਦੀ ਨਹੀਂ ਕੋਸ਼ਿਸ਼ ਕੀਤੀ। ਉਹਨਾਂ ਨੇ ਬ੍ਰਾਹਮਣ ਜਾਂ ਹੋਰ ਸੰਸਕ੍ਰਿਤ ਦੇ ਸਕਾਲਰਸ ਜਾਂ ਬੁੱਧਿਸਟ ਰੂਲ ਜਿੰਨੇ ਵੀ ਸੀਗੇ, ਦੇ ਅਡੋਪਟਡ ਦੈਮ, ਉਹਨਾਂ ਨੂੰ ਆਪਣੇ ਰਾਜ ਦਰਬਾਰ 'ਚ ਵੀ ਰੱਖਿਆ ਔਰ ਉਹਨਾਂ ਦੀ ਨੌਲੇਜ ਨੂੰ ਅਸਿਮੀਲੇਟ ਕੀਤਾ। ਔਰ ਉਸ ਵੇਲੇ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਕਲਚਰਲ ਨੌਲੇਜ ਸੀਗੀ ਜਾਂ ਅਸੀਂ ਇਹ ਕਹਿ ਸਕਦੇ ਕਿ ਐਜੂਕੇਸ਼ਨਲ ਨੌਲੇਜ ਸੀਗੀ, ਦੈਟ ਵਾਜ਼ ਫਾਊਂਡ ਇਨ ਦਾ ਅਰਬ ਏਰੀਆ ਦੇ ਵਿੱਚ ਜਾਂ ਅਰਬ ਕੈਲੀਫੇਟ ਦੇ ਵਿੱਚ ਉੱਥੇ ਪਾਈ ਜਾਂਦੀ ਸੀਗੀ। ਕਿਉਂਕਿ ਹਾਲੇ ਯੂਰਪ ਦੇ ਵਿੱਚ ਜਿਹੜਾ ਸੀਗਾ ਉਹਨੂੰ ਡਾਰਕ ਏਰੀਆ ਕਿਹਾ ਜਾਂਦਾ ਸੀਗਾ। ਯੂਰਪ ਦੇ ਵਿੱਚ ਜਿੰਨੀ ਸਿਵਲਾਈਜੇਸ਼ਨ ਡਿਵੈਲਪ ਹੋਈ ਹੈ ਉਹ ਸਨ 1400-1500 ਤੋਂ ਬਾਅਦ ਹੋਈ ਹੈ, ਉਹ ਜਦੋਂ ਰੇਨੇਸਾਂ ਦਾ ਪੀਰੀਅਡ ਹੋਇਆ। ਇਸ ਤੋਂ ਪਹਿਲਾਂ ਦਾ ਜਿਹੜਾ ਸੀਗਾ ਅਸੀਂ ਕਹਿੰਦੇ ਕਿ ਗੋਲਡਨ ਏਜ ਸੀਗੀ, ਦੈਟ ਬਿਲੋਂਗ ਟੂ ਦ ਅਰਬਸ।
ਸੋ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਹਿਸਟਰੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਅਸੀਂ ਦੇਖਿਆ ਰਾਈਜ਼ ਆਫ ਹਿੰਦੂ ਸ਼ਾਹੀ, ਕੱਲ੍ਹ ਅਸੀਂ ਦੇਖਿਆ ਸੀਗਾ ਐਸਟੈਬਲਿਸ਼ਮੈਂਟ ਆਫ ਫਰਸਟ ਮੁਸਲਿਮ ਰੂਲ ਇਨ ਇੰਡੀਆ, ਅੱਜ ਅਸੀਂ ਦੇਖਿਆ ਉਹਨਾਂ ਦੇ ਨਾਲ ਜਿਹੜੀ ਪਹਿਲੀ ਟੱਕਰ ਹੋਈ ਹੈ ਕਿੱਥੇ ਹੋਈ ਹੈ ਉਹ, ਔਰ ਹੁਣ ਅਸੀਂ ਫਿਰ ਦੇਖਾਂਗੇ ਕਿ ਹਿੰਦੂ ਸ਼ਾਹੀ ਦਾ ਡਿਕਲਾਈਨ ਕਿਵੇਂ ਹੋਇਆ ਹੈ, ਔਰ ਉਸ ਤੋਂ ਬਾਅਦ ਗਜ਼ਨੀ ਰੂਲ ਹਿੰਦੁਸਤਾਨ ਦੇ ਵਿੱਚ ਕਿਵੇਂ ਐਸਟੈਬਲਿਸ਼ ਹੋਇਆ, ਉਹਦੀ ਕੀ ਕਹਾਣੀ ਹੈ, ਕੀ ਕਿਸੇ ਨੇ, ਇਹ ਆਪਾਂ ਅਗਲੀ ਲੜੀ 'ਚ ਦੇਖਾਂਗੇ। ਸ਼ੁਕਰੀਆ।